ਇਮ ਵਿਚਾਰ ਕਰ ਕੈ ਪ੍ਰਸਥਾਨਾ। ਤੋ ਕਵੀ ਜੀ ਕਹਿੰਦੇ ਵਿਚਾਰ ਕਰਕੇ ਭਾਈ ਦਾਤੂ ਜੀ ਤੇ ਗੋਇੰਦਵਾਲ ਜਾ ਪਹੁੰਚੇ ਆ। ਪਹੁੰਚਿਓ ਸ੍ਰੀ ਗੁਰੂ ਅਮਰ ਸਥਾਨਾ। ਤੇ ਜਿੱਥੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਰਹਿ ਰਹੇ ਹਨ। ਲੱਗਿਓ ਦੀਵਾਨ ਬਿਰਾਜਹਿ ਬੀਚ। ਤੇ ਮਹਾਰਾਜ ਜਿੱਥੇ ਸਾਧ ਸੰਗਤ ਜੀ ਬੌਲੀ ਸਾਹਿਬ ਦੇ ਨਾਲ ਦੱਸਿਆ, ਇੱਥੇ ਹੀ ਮਹਾਰਾਜ ਜੀ ਲਾਉਂਦੇ ਸੀ, ਦੀਵਾਨ ਸਜਾਉਂਦੇ ਕਰਦੇ ਸੀ। ਇੱਥੇ ਸੁੰਦਰ ਦੀਵਾਨ ਸਜਿਆ ਹੋਇਆ, ਸਤਿਗੁਰੂ ਜੀ ਵਿਚਕਾਰ ਸਜ ਰਹੇ ਤਖਤ ਉੱਪਰ। ਦਰਸਹਿ ਮਿਲੇ ਊਚ ਅਰ ਨੀਚ। ਨਿੱਕੀ ਵੱਡੀ ਜਾਤ ਕੀ ਉੱਚੇ ਨੀਵੇਂ ਰਾਜੇ ਮਹਾਰਾਜੇ ਗਰੀਬ ਕੰਗਾਲ ਸਾਰੇ ਮਹਾਰਾਜ ਦੇ ਦਰਸ਼ਨ ਕਰ ਰਹੇ ਹਨ। ਕੋ ਟੇਕਤ ਹੈ ਮਾਥ ਅਗਾਰੀ। ਕੋਈ ਤਾਂ ਅੱਗੇ ਹੋ ਮਹਾਰਾਜ ਦੇ ਮੱਥਾ ਟੇਕ ਰਿਹਾ ਹੈ। ਕੋ ਬਿਨਤੀ ਕਰ ਜੋਰ ਉਚਾਰੀ। ਤੇ ਕੋਈ ਬੇਨਤੀਆਂ ਇੱਕ ਪਾਸੇ ਹੁਣ ਵੀ ਜਾਓ ਸਾਧ ਸੰਗਤ ਜੀ ਉੱਥੇ ਗੋਇੰਦਵਾਲ ਸਾਹਿਬ ਕੋਈ ਮੱਥੇ ਟੇਕੀ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਗੁਰੂ ਅਮਰਦਾਸ ਜੀ ਵਿਰਾਜਮਾਨ ਹੋ ਰਹੇ ਹੁੰਦੇ, ਬੜਾ ਆਨੰਦ ਹੈ। ਤੋ ਕੋਈ ਮੱਥੇ ਟੇਕੀ ਜਾਂਦਾ ਉੱਥੇ, ਉਵੇਂ ਹੁਣ ਹੂ ਬਹੂ ਉਸੇ ਤਰ੍ਹਾਂ ਹੀ ਕੋਈ ਬੇਨਤੀਆਂ ਕਰੀ ਜਾਂਦਾ, ਕੋਈ ਦਾਤਾਂ ਮੰਗੀ ਜਾਂਦਾ, ਕੋਈ ਸਿੱਖ ਉੱਥੇ ਝੋਲੀ ਅੱਡ ਕੇ ਖੜਾ ਹੁੰਦਾ, ਕੋਈ ਮੱਥਾ ਟੇਕ ਟੇਕ ਤੁਰੇ ਜਾਂਦੇ ਆ। ਤੋ ਕਵੀ ਜੀ ਕਹਿੰਦੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਦੀਵਾਨ ਸਜਿਆ ਹੋਇਆ, ਕੋਈ ਮੱਥੇ ਟੇਕ ਰਿਹਾ, ਕੋਈ ਵਸਤਾਂ ਭੇਟ ਕਰੀ ਜਾਂਦਾ, ਕੋਈ ਬੇਨਤੀਆਂ ਕਰੀ ਜਾਂਦਾ ਹੈ। ਕੋ ਬੈਠੇ ਸਿਮਰਹਿ ਸਤਨਾਮੂ। ਤੇ ਕੋਈ ਸੰਗਤ ਵਿੱਚ ਬੈਠੇ ਹੋਏ ਆ ਤੇ ਵਾਹਿਗੁਰੂ 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 ਨਾਮ ਜਪ ਰਹੇ ਹਨ। ਗਾਇ ਰਬਾਬੀ ਤੁਨ ਅਭਿਰਾਮੂ। ਉਥੇ ਕੀਰਤਨ ਚੱਲ ਰਿਹਾ, ਰਬਾਬੀ ਜਿਹੜੇ ਵਾ ਕੀਰਤਨੀਏ ਸਿੱਖ ਬੜੀ ਸੁੰਦਰ ਆਵਾਜ਼ ਵਿੱਚ ਕੀਰਤਨ ਗਾਇਨ ਕਰ ਰਹੇ ਆ। ਕੋ ਇੱਕ ਚਿਤ ਹੋਵੈ ਸ਼ਬਦ ਸੁਨਤ ਹੈ। ਕੋਈ ਜਿਹੜੇ ਉਹ ਜਿਵੇਂ ਕੀਰਤਨ ਵਾਲੇ ਰਬਾਬੀ ਸਿੱਖ ਜਿਹੜੇ ਉਹ ਕੀਰਤਨ ਕਰਦੇ ਆ, ਉਹ ਜੋ ਬਾਣੀ ਗਾਉਂਦੇ ਕਈਆਂ ਇੱਕ ਚਿਤ ਹੋ ਕਰਕੇ ਅੱਖਾਂ ਬੰਦ ਕਰ ਉਹ ਸ਼ਬਦ ਸੁਣ ਰਹੇ ਆ। ਕੋ ਮਨ ਵਿਖੈ ਵਿਚਾਰ ਗੁਣਤ ਹੈ। ਕੋਈ ਸਿੱਖ ਜਿਹੜਾ ਉਹ ਵਿਚਾਰ ਰਿਹਾ, ਗਿਣਤੀ ਭਾਵ ਗੁਣਦਾ, ਉਹਨੂੰ ਵਿਚਾਰਦਾ ਪੁਨ੍ਹਾ ਪੁਨ੍ਹਾ ਵੀ ਮਹਾਰਾਜ ਇਹ ਕੀ ਕਹਿ ਰਹੇ ਗੁਰਬਾਣੀ ਅੰਦਰ, ਉਹਦਾ ਅਭਿਆਸ ਵਿਚਾਰ ਕਰ ਰਹੇ ਕੋਈ ਸਿੱਖ। ਜਥਾ ਸ਼ਾਂਭ ਮਨ ਗਨ ਕੇ ਮਾਹੀ। ਕਵੀ ਜੀ ਕਹਿੰਦੇ ਜਿਵੇਂ ਉਹ ਬੇਅੰਤ ਮੁਨੀਆਂ ਰਿਸ਼ੀਆਂ ਦੇ ਵਿੱਚ ਸ਼ੰਭੂ ਕਹੀਏ ਸ਼ਿਵ ਭਗਵਾਨ ਜੀ ਬੈਠੇ ਹੁੰਦੇ ਆ। ਪਾਵਨ ਸਭਾ ਸ਼ੁਭਤ ਹੈ ਤਾਹੀ। ਪਾਵਨ ਪਵਿੱਤਰ ਸਭਾ ਕਹਿੰਦੇ ਹੋ ਗੋਇੰਦਵਾਲ ਸਾਹਿਬ ਸੱਜ ਰਹੀ ਆ ਗੁਰੂ ਅੰਗਦ ਅਮਰਦਾਸ ਜੀ ਮਹਾਰਾਜ ਦੀ। ਬਿਖ ਪ੍ਰਤਾਪ ਨਹਿਰ ਦਾ ਸਹਾਰਾ। ਇਹ ਦਾਤੂ ਜੀ ਨੇ ਜਦੋਂ ਵੇਖਿਆ ਮਹਾਰਾਜ ਦੀ ਇੰਨੀ ਮਹਿਮਾ, ਕੋਈ ਮੱਥਾ ਟੇਕੀ ਜਾਂਦਾ, ਕੋਈ ਭੇਟਾ ਰੱਖੀ ਜਾਂਦਾ, ਕੋਈ ਤੁਰਿਆ ਜਾਂਦਾ, ਕੋਈ ਆਉਂਦਾ ਜਾਂਦਾ, ਕੋਈ ਸੰਗਤ 'ਚ ਬੈਠਾ, ਇੰਨੀ ਮਹਾਰਾਜ ਦੀ ਮਹਿਮਾ ਵਡਿਆਈ ਵੇਖ ਕੇ ਤੇ ਇਹਦੇ ਤੋਂ ਜਰਿਆ ਨਾ ਗਿਆ। ਭਇਓ ਕ੍ਰੋਧ ਤੇ ਸ਼ੋਭਤ ਭਾਰਾ। ਕਹਿੰਦੇ ਆ ਕ੍ਰੋਧਵਾਨ ਹੋ ਗਿਆ, ਬੜਾ ਭਾਰੀ ਕ੍ਰੋਧੀ ਹੋ ਕਰਕੇ। ਅਪਰ ਕਛੂ ਤਹਿ ਹੋਏ ਨ ਸਕਈ। ਇਹ ਕ੍ਰੋਧ ਨੇ ਇੰਨਾ ਇਹਨੂੰ ਛੋਇਆ ਕਿ ਹੋਰ ਇਹਦੇ ਤੋਂ ਕੋਈ ਤਾਂ ਸਰ ਨਹੀਂ ਸੀ ਸਕਦਾ, ਉੱਥੇ ਹੋਰ ਕਰ ਵੀ ਕੀ ਸਕਦਾ ਸੀ। ਸੰਗਤ ਦਾ ਦੀਵਾਨ ਭਰਿਆ ਹੋਇਆ। ਪਹੁੰਚੋ ਨਿਕਟ ਗੁਰ ਤਨ ਕੋ ਤਕਈ। ਤੇ ਇਹਨੇ ਪਹੁੰਚ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕੋਲ ਲਾਗੇ ਜਾ ਜਦ ਬੈਠਾ ਵੇਖਿਆ ਤਖਤ ਉੱਪਰ। ਰੇਸ ਕਰ ਔਰ ਮਹਿ ਲਾਤ ਪ੍ਰਹਾਰੀ। ਤੇ ਮਨ ਵਿੱਚ ਗੁੱਸਾ ਕਰਕੇ ਤੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਖਾਲਸਾ ਜੀ ਪਿੱਛੋਂ ਦੀ ਹੋ ਕੇ ਕੰਨ 'ਚ ਲੱਤ ਮਾਰੀ ਸੀ ਇਹ ਦਾਤੂ ਨੇ। ਗੁਰੂ ਅਮਰਦਾਸ ਜੀ ਮਹਾਰਾਜ ਦੇ ਪਿੱਛੋਂ ਹੋ ਕਰਕੇ ਤੇ ਮਗਰੋਂ ਸਿੰਘਾਸਣ ਦੇ ਕੰਡ ਵਿੱਚ ਲੱਤ ਮਾਰੀ ਹੈ। ਜਿਮ ਲక్ష్ਮੀ ਪਤ ਕੇ ਪ੍ਰਿਗ ਮਾਰੀ। ਉਹ ਕਵੀ ਜੀ ਦ੍ਰਿਸ਼ਟਾਂਤ ਵਜੋਂ ਵਰਤ ਰਹੇ ਆ ਵੀ ਜਿਵੇਂ ਉਹ ਭ੍ਰਿਗੂ ਰਿਸ਼ੀ ਨੇ ਮਾਰੀ ਸੀ ਨਾ ਵਿਸ਼ਨੂੰ ਦੇ ਅੱਖੀ ਵਿੱਚ ਲੱਤ, ਉਹ ਜਿਸ ਤਰ੍ਹਾਂ ਉਹ ਪਰਖ ਵਜੋਂ ਮਾਰੀ ਸੀ। ਉਹ ਜਦੋਂ ਇਹਨਾਂ ਦੇਵੀ ਦੇਵਤਿਆਂ ਵਿੱਚ ਕੋਈ ਕਲੇਸ਼ ਝਗੜਾ ਪਿਆ, ਕੋਈ ਕਹਿੰਦਾ ਸ਼ਿਵ ਜੀ ਵੱਡਾ, ਕੋਈ ਕਹਿੰਦਾ ਬ੍ਰਹਮਾ ਵੱਡਾ, ਵਿਸ਼ਨੂੰ ਦੇ ਉਪਾਸ਼ਕ ਕਹਿੰਦੇ ਵਿਸ਼ਨੂੰ ਵੱਡਾ ਹੈ। ਭ੍ਰਿਗੂ ਨਾਮ ਦਾ ਬ੍ਰਾਹਮਣ ਸੀ, ਉਹ ਰਿਸ਼ੀ ਨੂੰ ਆਖਿਆ ਤੁਸੀਂ ਪਰਖ ਕੇ ਦੱਸੋ, ਬਹੁਤ ਸਿਆਣਾ ਸੀ, ਤੇ ਤੁਸੀਂ ਦੱਸੋ ਵੀ ਕੌਣ ਸਾਰਿਆਂ ਤੋਂ ਉੱਤਮ ਹੈ, ਪੂਜਣ ਯੋਗ ਹੈ, ਸ਼ਿਵ ਜੀ, ਬ੍ਰਹਮਾ ਕਿ ਵਿਸ਼ਨੂੰ। ਇਹ ਵਿਸ਼ਨੂੰ ਭਗਵਾਨ ਪਾਸ ਵੀ ਗਿਆ, ਭ੍ਰਿਗੂ ਨਾਮ ਹੈ ਬ੍ਰਾਹਮਣ, ਤੇ ਪਰਖਣ ਵਜੋਂ ਇਹਨੇ ਸੁੱਤੇ ਹੋਏ ਸ਼ਿਵ ਜੀ ਦੇ ਲੱਤ ਕੱਢ ਮਾਰੀ। ਉਹ ਤਰਸ਼ੂਲ ਲੈ ਕੇ ਤੇ ਮਗਰ ਪੈ ਗਿਆ। ਫੇਰ ਇਸੇ ਤਰ੍ਹਾਂ ਹੀ ਜਾ ਕਰਕੇ ਨੇ ਬ੍ਰਹਮਾ ਨੂੰ ਵੀ ਜਿਹੜਾ ਇਹ ਮਖੌਲ ਕੀਤਾ ਕਿ ਸੰਸਾਰ ਤਾਂ ਇੰਨਾ ਬਣਾ ਦਿੱਤਾ ਤੇ ਪਾਲੂ ਕੌਣ ਇਹਨੂੰ, ਤੇ ਲੱਤ ਕੱਢ ਮਾਰੀ ਸੀ ਬ੍ਰਹਮਾ ਦੇ ਵੀ, ਉਹ ਵੀ ਪਿੱਛੇ ਪੈ ਗਿਆ ਇਸਦੇ। ਫਿਰ ਕਹਿੰਦੇ ਵਿਸ਼ਨੂੰ ਜੀ ਉਦੋਂ ਜਿਹੜੇ ਜੰਗ ਯੁੱਧ ਲੜਨ ਤੋਂ ਬਾਅਦ, ਦੈਂਤਾਂ ਦਾ ਸੰਘਾਰ ਕਰਨ ਤੋਂ ਬਾਅਦ ਬੈਠੇ ਹੋਏ ਸੀ ਆਪਣੇ ਆਸਣ ਤੇ ਇਹ ਭ੍ਰਿਗੂ ਨਾਮੇ ਬ੍ਰਾਹਮਣ ਨੇ ਵੱਖੀ ਵਿੱਚ ਲੱਤ ਮਾਰੀ ਵਿਸ਼ਨੂੰ ਭਗਵਾਨ ਦੇ। ਤੇ ਭਗਵਾਨ ਵਿਸ਼ਨੂੰ ਜੀਆਂ ਵਿੱਚ ਨਿਮਰਤਾ ਬਹੁਤ ਸੀ, ਦੱਸਦੇ ਉਹਨਾਂ ਪੈਰ ਪਕੜ ਲਿਆ, ਕਹਿੰਦੇ ਜੀ ਮੈਂ ਨੌਜਵਾਨ ਹਾਂ, ਬਾਕੀ ਪਰਮੇਸ਼ਰ ਦਾ ਅਵਤਾਰ ਤੇ ਤੁਹਾਡੇ ਚਰਨ ਕੋਮਲ, ਕਿਤੇ ਸੱਟ ਨਾ ਲੱਗੀ ਹੋਵੇ। ਉਹ ਚਰਨੀ ਪੈ ਗਿਆ ਭ੍ਰਿਗੂ ਨਾਮੇ ਬ੍ਰਾਹਮਣ, ਕਹਿੰਦਾ ਸ਼ਿਵ ਭਗਵਾਨ ਤੇ ਬ੍ਰਹਮਾ ਤੇ ਤੁਹਾਡੇ ਇਹ ਪਰਥਾਏ ਕੋਈ ਕਹਿੰਦੇ ਸੀ ਵੀ ਕੌਣ ਵੱਡਾ,
ਪਰ ਅੱਜ ਇਹ ਨਿਰਣਾ ਹੋਇਆ ਵੱਡਾ ਤੋ ਜਿਹਦੇ ਵਿੱਚ ਨਿਮਰਤਾ ਹੈ। ਆਪਸ ਕੋ ਜੋ ਜਾਣੇ ਨੀਚਾ ਸੂ ਗਣੀਏ ਸਭ ਤੇ ਉੱਚਾ। ਤੋ ਭਗਵਾਨ ਵਿਸ਼ਨੂੰ ਜੀਆਂ ਫਿਰ ਆਖਿਆ ਸੀ ਭ੍ਰਿਗੂ ਜੀ ਹੁਣ ਇਹ ਲੱਤ ਦਾ ਨਿਸ਼ਾਨ ਸਾਡੇ ਵੱਖੀ 'ਚ ਹੀ ਰਵੇ। ਇਹ ਵਿਸ਼ਨੂੰ ਨੂੰ ਭ੍ਰਿਗੂਪਾਦ ਵੀ ਕਹਿੰਦੇ ਸੀ। ਉਹ ਦ੍ਰਿਸ਼ਟਾਂਤ ਵਜੋਂ ਕਵੀ ਸੰਤੋਖ ਸਿੰਘ ਜੀ ਇੱਥੇ ਵਰਤ ਰਹੇ ਹਨ। ਕਹਿੰਦੇ ਆ ਕਿ ਜਿਸ ਤਰ੍ਹਾਂ ਉਹ ਭ੍ਰਿਗੂ ਬ੍ਰਾਹਮਣ ਨੇ ਵਿਸ਼ਨੂੰ ਜੀ ਦੇ ਲੱਤ ਮਾਰੀ ਸੀ ਸਿੰਘਾਸਣ ਤੇ ਗਿਰ ਕਰ ਪਰੇ। ਤੇ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਇਹਨੇ ਬੁੱਢਾ ਸਰੀਰ ਸੀ ਕਮਜ਼ੋਰ ਤੇ ਮਹਾਰਾਜ ਜੀ ਸਿੰਘਾਸਣ ਤੋਂ ਕਹਿੰਦੇ ਅਗਲੇ ਪਾਸੇ ਨੂੰ ਡਿੱਗ ਪਏ ਸਨ। ਬ੍ਰਿਧ ਸਰੀਰ ਕੰਪ ਕਹ ਕਰੇ। ਮਹਾਰਾਜ ਦਾ ਬੁੱਢਾ ਸਰੀਰ ਸੀ ਤੇ ਕੰਬਣ ਲੱਗਿਆ ਸਤਿਗੁਰਾਂ ਦਾ ਸਰੀਰ ਜੋ ਹੈ। ਬਾਹਰ ਸੰਭਾਰ ਉੱਠੇ ਤਤਕਾਲਾ। ਤੇ ਮਹਾਰਾਜ ਜੀ ਆਪ ਸੰਭਾਲ ਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਖੜੇ ਹੋਏ ਜਦ ਗਹਿ ਦਾਤੂ ਕੇ ਚਰਨ ਕਿਰਪਾਲਾ। ਧੰਨ ਗੁਰੂ ਅਮਰਦਾਸ ਮਹਾਰਾਜ ਦੀ ਨਿਮਰਤਾ ਸਤਿਗੁਰਾਂ ਨੇ ਫੇਰ ਭਾਈ ਦਾਤੂ ਜੀ ਦੇ ਉਹ ਲੱਤ ਫੜ ਲਈ ਜਿਹੜੀ ਲੱਤ ਭਾਈ ਦਾਤੂ ਜੀ ਮਾਰੀ ਸੀ ਗੁਰੂ ਅਮਰਦਾਸ ਮਹਾਰਾਜ ਨੂੰ। ਸਤਿਗੁਰਾਂ ਗਰੀਬ ਨਵਾਜ ਜੀਆਂ ਨੇ ਭਾਈ ਦਾਤੂ ਜੀ ਦਾ ਉਹ ਚਰਨ ਪਕੜ ਲਿਆ ਹੈ। ਕਰ ਕਮਲਨ ਸੋ ਮਰਦਨ ਕਰੇ। ਤੇ ਉਹ ਮਹਾਰਾਜ ਆਪਦੇ ਹੱਥਾਂ ਨਾਲ ਨੂੰ ਮਲਣ ਲੱਗ ਗਏ ਜਿਵੇਂ ਮਾਲਿਸ਼ ਕਰੀਦੀ ਹੈ। ਐਵੇਂ ਸੱਚੇ ਪਾਤਸ਼ਾਹ ਜੀ ਭਾਈ ਦਾਤੂ ਜੀ ਦੇ ਚਰਨ ਨੂੰ ਮਲਣ ਲੱਗੇ ਆ। ਬਿਨਤੀ ਸਹਿਤ ਸੁਬਾਕ ਉਚਰੇ। ਤੇ ਫਿਰ ਬੜੀ ਨਿਮਰਤਾ ਦੇ ਨਾਲ ਨੀਵੀਂ ਆਵਾਜ਼ ਵਿੱਚ ਭਾਈ ਦਾਤੂ ਜੀ ਨੂੰ ਮਹਾਰਾਜ ਬੇਨਤੀ ਰੂਪ ਹੋ ਕਰਕੇ ਬਚਨ ਕੀਤੇ ਹਨ। ਇੱਕ ਤੋਂ ਸੇਵਾ ਕਰਤ ਰਹਿਓ ਹਾਂ। ਕਹਿੰਦੇ ਆ ਵੀ ਭਾਈ ਦਾਤੂ ਜੀ ਅਸੀਂ ਇੱਕ ਤਾਂ ਗੋਇੰਦਵਾਲ ਖਡੂਰ ਸਾਹਿਬ ਤੁਹਾਨੂੰ ਪਤਾ ਹੀ ਹੈ ਬੜੀ ਸੇਵਾ ਕਰਨ ਕਰਕੇ ਦੁਤੀਏ ਬੈ ਤੇ ਬ੍ਰਿਧ ਭਇਓ ਹਾਂ। ਦੂਜਾ ਸਰੀਰ ਵੀ ਬੁੱਢਾ ਤੇ ਸਾਡਾ ਸਰੀਰ ਬੁੱਢਾ ਹੋਣ ਕਰਕੇ ਤੇ ਸੇਵਾ ਦੇ ਕਾਰਨ ਜਾਂ ਤੇ ਅਧਿਕ ਸਰੀਰ ਕਠੋਰਾ। ਸਰੀਰ ਸਾਡਾ ਕਰੜਾ ਹੋ ਗਿਆ ਇੱਕਦਮ ਬੁੱਢਾ ਹੈ ਤੇ ਦੂਸਰੀ ਇਹ ਸਰੀਰ ਸਾਡੇ ਨੇ ਸੇਵਾ ਕਰਨ ਕਰਕੇ ਥੋੜਾ ਸਖਤ ਕਰੜਾ ਹੋ ਚੁੱਕਾ ਹੈ। ਤੁਮਰੋ ਚਰਨ ਮ੍ਰਿਦਲ ਨਹਿ ਥੋਰਾ। ਆਪ ਗੁਰੂ ਕੇ ਸਾਹਿਬਜ਼ਾਦੇ ਹੋ ਤੇ ਤੁਹਾਡਾ ਚਰਨ ਕਿੰਨਾ ਕੁ ਦਸੀਏ ਕੋਮਲ ਬਹੁਤ ਜ਼ਿਆਦੇ ਤੁਹਾਡੇ ਚਰਨ ਕੂਲੇ ਹਨ। ਹੋਏ ਗੋ ਕਸ਼ਟ ਮਹਾਨਾ। ਤੇ ਹੇ ਸਾਹਿਬਜ਼ਾਦਾ ਜੀ ਕੋਈ ਕਸ਼ਟ ਤਾਂ ਨਹੀਂ ਹੋਇਆ ਇਹ ਬੁੱਢੇ ਸਰੀਰ ਨੂੰ ਲੱਤ ਮਾਰ ਕੇ? ਤੁਹਾਨੂੰ ਕੋਈ ਦੁੱਖ ਤਾਂ ਨਹੀਂ ਹੋਇਆ? ਸਾਨੂੰ ਪਤਾ ਹੈ ਸਾਡਾ ਸਰੀਰ ਕਰੜਾ ਹੈ ਬੁੱਢੇ ਹਾਂ ਔਰ ਆਪ ਜੀ ਦੇ ਚਰਨ ਬੜੇ ਕੋਮਲ ਕੂਲੇ ਹਨ ਜਿਸ ਕਰਕੇ ਤੁਹਾਨੂੰ ਜ਼ਰੂਰ ਦੁੱਖ ਹੋਇਆ ਸਾਡੇ ਬੁੱਢੇ ਸਰੀਰ ਕਰਕੇ। ਸ਼ਿਮਹਾ ਭਇਓ ਅਪਰਾਧ ਅਜਾਨਾ। ਤੇ ਕਿਰਪਾ ਕਰੋ ਸਾਡਾ ਅਪਰਾਧ ਜਾਣ ਕੇ ਨਾ ਤੇ ਸਾਨੂੰ ਸ਼ਿਮਾ ਕਰ ਦੇਵੋ ਮਾਫ ਕਰ ਦੇਵੋ। ਸ਼੍ਰੀ ਗੁਰ ਕੇ ਸਤ ਹੋ ਵੱਡ ਭਾਗੇ। ਕਿਉਂਕਿ ਆਪ ਜੀ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਵੱਡੇ ਭਾਗਾਂ ਵਾਲੇ ਸਪੁੱਤਰ ਸਾਹਿਬਜ਼ਾਦੇ ਹੋ। ਮਮ ਹਿਤ ਕਰ ਇਤਨੋ ਦੁਖ ਲਾਗੇ। ਤੇ ਮੇਰੇ ਕਰਕੇ ਸਾਡੇ ਕਰਕੇ ਤੁਹਾਨੂੰ ਇੰਨਾ ਦੁੱਖ ਲੱਗਾ ਕਿ ਤਾਂ ਉੱਥੋਂ ਚੱਲ ਕੇ ਆਉਣਾ ਪਿਆ। ਦੂਜਾ ਤੁਹਾਨੂੰ ਲੱਤ ਮਾਰਨ ਵਿੱਚ ਕਸ਼ਟ ਦੁੱਖ ਹੋਇਆ ਤੁਹਾਡੇ ਚਰਨ ਦੁਖੇ ਆ। ਤੁਮਕੋ ਦੇਖ ਨਾ ਅਗਰ ਖਰੋਵਾ। ਸਾਡੇ ਨਾਲ ਐਂ ਹੀ ਹੋਣੀ ਚਾਹੀਦੀ ਸੀ ਮਹਾਰਾਜ ਕਹਿੰਦੇ ਗੁਰੂ ਅਮਰਦਾਸ ਜੀ। ਕਿਉਂਕਿ ਦਾਤੂ ਜੀ ਇਹ ਮਹਾਰਾਜ ਦੇ ਸਾਹਿਬਜ਼ਾਦਾ ਜੀ ਤੁਸੀਂ ਸਤਿਗੁਰਾਂ ਦੇ ਸਪੁੱਤਰ ਹੋ ਔਰ ਸਾਨੂੰ ਚਾਹੀਦਾ ਸੀ ਤੁਹਾਨੂੰ ਆਇਆਂ ਨੂੰ ਅੱਗੋਂ ਜਾ ਕੇ ਲੈਣ ਜਾਂਦੇ। ਉਹ ਤਾਂ ਸਾਧ ਸੰਗਤ ਜੀ ਮਾਰਨੇ ਜਾਣਾ ਸੀ ਪਰ ਆਇਆ ਹੀ ਕੰਡ ਪਿੱਛੋਂ ਦੀ ਲੱਤ ਮਾਰਨ ਵਾਸਤੇ ਭਾਈ ਦਾਤੂ। ਜੇ ਮਹਾਰਾਜ ਕਿਤੇ ਸਾਹਮਣੇ ਵੇਖਦੇ ਸਾਧ ਸੰਗਤ ਜੀ ਮਹਾਰਾਜ ਜ਼ਰੂਰ ਅੱਗੋਂ ਲੈਣ ਜਾਂਦੇ। ਏਡੀ ਨਿਮਰਤਾ ਸੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਅੰਦਰ। ਤੋ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਸੂਰ ਸਾਡਾ ਹੈ ਭਾਈ ਦਾਤੂ ਜੀ ਅਸੀਂ ਤੁਹਾਨੂੰ ਲੈਣ ਨਹੀਂ ਗਏ ਅੱਗੋਂ ਦੀ ਤੁਹਾਡਾ ਸਨਮਾਨ ਵਿੱਚ ਖੜੇ ਨਹੀਂ ਹੋਏ ਹਾਂ। ਖੁਤੋ ਮਾਨ ਮਮ ਸੋ ਤੁਮ ਖੋਵਾ। ਜਿਹੜਾ ਸਾਡੇ ਵਿੱਚ ਮਾਣ ਸੀ ਨਾ ਉਹ ਤੁਸੀਂ ਭਾਵੇਂ ਨਹੀਂ ਸੀ ਮਾਣ ਸਤਿਗੁਰਾਂ ਵਿੱਚ ਪਰ ਨਿਮਰਤਾ ਹੈ ਨਾ। ਗਰੀਬ ਨਵਾਜ ਕਹਿੰਦੇ ਭਾਈ ਦਾਤੂ ਜੀ ਸਾਡੇ ਵਿੱਚ ਜਿੰਨਾ ਮਾਣ ਹੰਕਾਰ ਸੀ ਉਹ ਤੁਸੀਂ ਨਾਸ਼ ਕਰ ਦਿੱਤਾ ਲੱਤ ਮਾਰ ਕੇ। ਤਾੜਨ ਉਚਿਤ ਜਾਣ ਕਰ ਮਾਰਿਓ। ਵੀ ਤੁਸੀਂ ਤਾਂ ਤੁਹਾਡਾ ਕਸੂਰ ਨਹੀਂ ਤੁਸੀਂ ਸਾਨੂੰ ਤਾੜਨਾ ਉਚਿਤ ਸਮਝਿਆ ਚੰਗਾ। ਗੁਰੂ ਕੇ ਸਾਹਿਬਜ਼ਾਦੇ ਹੋ ਜੇ ਤੁਸੀਂ ਸਾਨੂੰ ਝਿੜਕੋਗੇ ਹੋਰ ਕੌਣ ਝਿੜਕੇਗਾ? ਤੋ ਤੁਸੀਂ ਉਚਿਤ ਜਾਣ ਕੇ ਸਾਨੂੰ ਜਿਹੜਾ ਵੇ ਲੱਤ ਮਾਰੀ ਹੈ ਸਾਡਾ ਅਪਰਾਧ ਜਾਣ ਕੇ। ਭਲੋ ਕਰਿਓ ਨਿਜ ਦਾਸ ਨਿਹਾਰਿਓ। ਆਪ ਦਾ ਦਾਸ ਜਾਣ ਕੇ ਨਾ ਤੁਸੀਂ ਇਹ ਦਾਤੂ ਜੀ ਸਾਡਾ ਚੰਗਾ ਹੀ ਕੀਤਾ ਭਲਾ ਹੀ ਕੀਤਾ ਸਾਡੇ ਮਨ ਚੋਂ ਹੰਕਾਰ ਕੱਢਿਆ ਹੈ। ਸੇਵਾ ਆਪਣੀ ਮੋਹੇ ਬਤਾਵਹਾ। ਤੇ ਹੁਣ ਦੱਸੋ ਤੁਹਾਡੀ ਕੀ ਸੇਵਾ ਕਰੀਏ? ਸਾਡੇ ਲਾਇਕ ਕੋਈ ਸੇਵਾ ਦੱਸੋ ਜੋ ਤੁਹਾਡੀ ਕਰ ਸਕੀਏ। ਕਰਾਂ ਸਤਤ ਛਿਨ ਰੋਸ ਹਟਾਵਹਾ। ਤੇ ਤੁਸੀਂ ਹੁਣ ਗੁੱਸਾ ਨਾ ਕਰੋ ਦਾਤੂ ਜੀ ਤੇ ਸੇਵਾ ਦੱਸੋ ਤੁਹਾਡੀ ਕੀ ਕਰੀਏ? ਹੁਣੇ ਹੀ ਤੁਹਾਡੀ ਸੇਵਾ ਵਿੱਚ ਅਸੀਂ ਹਾਜ਼ਰ ਹੁੰਦੇ ਹਾਂ। ਸੁਨ ਦਾਤੂ ਕਰ ਕ੍ਰੋਧ ਉਚਾਰਿਓ। ਸਾਧ ਸੰਗਤ ਜੀ ਦਾਤੂ ਜੀ ਨੂੰ ਕੀ ਮਾਤੋਂ ਮਾਰੀ ਹੋਈ ਚੁੱਕ ਦੇਣ ਵਾਲਿਆਂ ਨੇ ਔਰ ਇਸੇ ਤਰ੍ਹਾਂ ਉਹ ਗੁੱਸਾ ਭਾਈ ਦਾਤੂ ਜੀ ਦਾ ਨਹੀਂ ਠੰਡਾ ਹੋਇਆ ਮਹਾਰਾਜ ਦੀ ਇੰਨੀ ਨਿਮਰਤਾ ਤੋਂ ਵੀ। ਇਹੋ ਕੈਸੇ ਤੈਂ ਪਿੰਡ ਉਪਸਾਰਿਓ। ਪਿੰਡ ਨਹੀਂ ਹੋਣਾ
ਡਿੰਬ। ਤੋ ਇਉਂ ਕਹਿੰਦੇ ਆ ਕਿ ਕਵੀ ਰਾਜ ਜੀ ਕਹਿੰਦੇ ਆ, ਫਿਰ ਭਾਈ ਦਾਤੂ ਜੀ ਬੋਲੇ, ਕਹਿੰਦੇ ਇਹ ਅਮਰਦਾਸ ਜੀ ਆ ਕੀ ਤੁਸੀਂ ਇੱਥੇ ਪਖੰਡ ਫੜਿਆ, ਪਖੰਡ ਬਣਾਇਆ ਹੋਇਆ, ਪਖੰਡ ਦਾ ਡੇਰਾ ਖੋਲਿਆ ਹੈ। ਗੁਰਤਾ ਗਾਦੀ ਹੈ ਹਮ ਪਾਹੀ। ਗੁਰਤਾ ਗੱਦੀ ਤਾਂ ਸਾਨੂੰ ਮਿਲੀ ਹੈ ਗੁਰੂ ਸਾਡੇ ਪਿਤਾ ਤੋਂ, ਗੁਰਤਾ ਦਾ ਸਿੰਘਾਸਣ ਤਾਂ ਸਾਨੂੰ ਪ੍ਰਾਪਤ ਹੋਇਆ ਹੈ। ਤੈਂ ਬੰਦ ਹੀ ਸਿਰ ਪਾਗ ਸੁਨਾਹੀ। ਤੇ ਤੁਸੀਂ ਤਾਂ ਸਿਰ ਤੇ ਪੱਗਾਂ ਨਹੀਂ ਨਾ ਬੰਨੀਆਂ, ਪੱਗ ਜਿਹੜੀ ਹੈ ਉਹ ਤੁਹਾਡੇ ਸਿਰ ਤੇ ਤਾਂ ਕੋਈ ਗੁਰਤਾ ਦੀ ਬੱਝੀ ਨਹੀਂ ਹੈ। ਸਭ ਨੇ ਮੁਝ ਕੋ ਪਾਗ ਬੰਧਾਈ। ਕਹਿੰਦਾ ਸਾਰਿਆਂ ਨੇ ਮੇਰੇ ਸਿਰ ਤੇ ਪੱਗਾਂ ਬੰਨੀਆਂ, ਆਣ ਕੇ ਨੇ ਖੋ ਕੇ ਬੰਨੀਆਂ ਸੀ ਭਾਵੇਂ। ਹੁਣ ਕਹਿੰਦਾ ਮਹਾਰਾਜ ਨੂੰ ਕਿ ਅਮਰਦਾਸ ਜੀ ਇਹ ਸਾਰੀਆਂ ਪੱਗਾਂ ਦਸਤਾਰਬੰਦੀ ਸਾਨੂੰ ਹੋਈ ਹੈ। ਤੈਂ ਕੈਸੇ ਕਰ ਆਪ ਪੁਜਾਈ। ਤੁਸੀਂ ਐਵੇਂ ਗੁਰੂ ਬਣ ਕੇ ਤੇ ਆਪਦੇ ਆਪ ਦੀ ਪੂਜਾ ਕਰਾ ਰਹੇ ਹੋ। ਗੁਰਤਾ ਤਿਲਕ ਤੇ ਗੁਰਤਾ ਦੀ ਜਿਹੜੀ ਦਸਤਾਰਬੰਦੀ ਉਹ ਸਾਨੂੰ ਹੋਈ, ਤਖਤ ਸਾਨੂੰ ਮਿਲਿਆ ਸੀ, ਮਹਾਰਾਜ ਦੇ ਸਾਹਿਬਜ਼ਾਦੇ ਸਾਂ। ਗੁਰੂ ਭਇਓ ਤੂੰ ਆਪੇ ਆਪ। ਤੁਸੀਂ ਅਮਰਦਾਸ ਜੀ ਐਵੇਂ ਆਪਦੀ ਆਪ ਹੀ ਇੱਥੇ ਗੁਰੂ ਬਣ ਕੇ ਗੋਇੰਦਵਾਲ ਬੈਠ ਗਏ ਹੋ। ਹਮੈਂ ਦੇਖ ਲਾਗਤ ਸੰਤਾਪ। ਸਾਨੂੰ ਵੇਖ ਕੇ ਚੰਗਾ ਨਹੀਂ ਲੱਗਦਾ, ਸਾਡਾ ਕਲੇਜਾ ਸੜਦਾ ਹੈ ਤੁਹਾਨੂੰ ਵੇਖ ਕਰਕੇ ਇੱਥੇ ਬੈਠਿਆਂ ਨੂੰ। ਇਹੋ ਪਖੰਡ ਨਹਿ ਮੋਹੇ ਸੁਹਾਵੈ। ਸਾਨੂੰ ਤੁਹਾਡਾ ਇਹ ਸੰਗਤਾਂ ਨੂੰ ਚਰਨੀ ਹੱਥ ਲਵਾਉਣਾ, ਗੁਰੂ ਬਣ ਕੇ ਬਹਿਣ ਵਾਲਾ ਪਖੰਡ ਬਿਲਕੁਲ ਵੀ ਪਾਉਂਦਾ ਨਹੀਂ ਹੈ। ਇੱਕ ਸੰਗਤ ਆਵੈ ਇੱਕ ਜਾਵੈ। ਆ ਵੇਖੋ ਕੋਈ ਆਈ ਜਾਂਦਾ ਹੈ, ਸੰਗਤਾਂ ਆ ਰਹੀਆਂ, ਕੋਈ ਜਾ ਰਹੀਆਂ ਹਨ ਮੱਥੇ ਟੇਕ। ਅਤ ਸੂਧੇ ਥੇ ਪਿਤਾ ਹਮਾਰੇ। ਸਾਡੇ ਪਿਤਾ ਭਲੇ ਮਾਨਸ ਸੀਗੇ, ਜਿਨ੍ਹਾਂ ਦਾ ਸੁਭਾਅ ਬਿਲਕੁਲ ਕੋਈ ਵਲਛਲ ਨਹੀਂ ਜਾਣਦੇ ਸੀ। ਸਾਡੇ ਪਿਤਾ ਗੁਰੂ ਅੰਗਦ ਜੀ ਕਰੀ ਸੇਵਤਨ ਕੀ ਛਲ ਧਾਰੇ। ਤੇ ਤੁਸੀਂ ਉਹਨਾਂ ਦੀ ਸੇਵਾ ਛਲ ਕਰਕੇ ਕੀਤੀ ਆ, ਗੁਰਤਾ ਲੈਣ ਖਾਤਰ ਤੁਸੀਂ ਜਿਹੜੀ ਨਾ ਉਹ ਸੇਵਾ ਉਹਨਾਂ ਦੀ ਕਰਦੇ ਰਹੇ ਹੋ। ਸਾਡੇ ਪਿਤਾ ਤਾਂ ਭਲੇ ਮਾਨਸ ਸੀਗੇ, ਉਹ ਨਹੀਂ ਜਾਣਦੇ ਸੀ ਤੁਹਾਡੇ ਮਨ 'ਚ ਕੀ ਹੈ। ਇਹ ਦਾਤੂ ਜੀ ਕਹਿੰਦੇ ਭਾਵੇਂ ਗੁਰੂ ਅਮਰਦਾਸ ਮਹਾਰਾਜ ਦੀ ਐਸੀ ਕੋਈ ਇੱਛਾ ਮਨਸਾ ਨਹੀਂ ਸੀ, ਪਰ ਇਹ ਭਾਈ ਦਾਤੂ ਜੀ ਇਉਂ ਕਹਿ ਰਹੇ ਬਣਾ ਬਣਾ ਕੇ ਕਿ ਹੇ ਗੁਰੂ ਅਮਰਦਾਸ ਜੀ ਸਾਡੇ ਪਿਤਾ ਭਲੇ ਮਾਨਸ ਸੀ ਤੇ ਤੁਸੀਂ ਛਲ ਕੀਤਾ ਹੈ, ਤੇ ਛਲ ਕਰਕੇ ਤੁਸੀਂ ਮਨ 'ਚ ਖੋਟ ਰੱਖ ਕੇ ਸਾਡੇ ਪਿਤਾ ਦੀ ਸੇਵਾ ਕੀਤੀ ਹੈ। ਝੂਠ ਸਾਚ ਤਿਨ ਤੇ ਕਹਿਵਾਏ। ਆ ਜਿਹੜੇ ਆ ਬਾਬਾ ਬੁੱਢਾ ਸਾਹਿਬ ਜੀ ਵਰਗੇ ਤੁਸੀਂ ਨਾਲ ਗੰਢ ਕੇ ਤੇ ਆਪਦੀ ਸਿਫਤ ਸੋਭਾ ਕਰਵਾਈ ਸਾਡੇ ਪਿਤਾ ਦੇ ਪਾਸ, ਇਹਨਾਂ ਦੇ ਮੁਖੋਂ ਤੇ ਝੂਠ ਸੱਚ ਕਹਾਇਆ ਕੀਤਾ ਹੈ। ਬਨ ਬੈਠਿਓ ਗੁਰ ਕਰਬ ਬਢਾਏ। ਆਪਦੇ ਮਨ 'ਚ ਹੰਕਾਰ ਵਧਾ ਕੇ ਤੇ ਇੱਥੇ ਗੋਇੰਦਵਾਲ ਤਖਤ ਲਾ ਬੈਠੇ ਹੋ। ਇਸ ਥਰ ਤੇ ਉੱਠ ਕਰ ਚੱਲ ਜਈਐ। ਚੰਗੇ ਰਹੋਗੇ ਤੇ ਇਹ ਗੋਇੰਦਵਾਲ ਦੇ ਥਾਂ ਤੋਂ ਉੱਠ ਕੇ ਹੁਣ ਚਲੇ ਜਾਓ ਤੁਸੀਂ। ਬਾਹਰ ਨਾ ਬੈਠਾ ਦੰਭ ਕਮਈਐ। ਫੇਰ ਇੱਥੇ ਕੀ ਕਿਤੇ ਵੀ ਜਾ ਕੇ ਤਖਤ ਲਾ ਕੇ ਨਾ ਬਹਿਣਾ, ਕਿਤੇ ਵੀ ਜਾ ਕੇ ਪਖੰਡ ਨਹੀਂ ਕਰਨਾ, ਨਾ ਅਸੀਂ ਕਰਨ ਦਈਏ ਤੁਹਾਨੂੰ। ਪਿਤਾ ਹਮਾਰੇ ਕਹਿਤ ਜਤਾਈ। ਕਿਉਂਕਿ ਸਾਡੇ ਪਿਤਾ ਸੀ ਜਿਹੜੇ ਗੁਰੂ ਅੰਗਦ ਪਾਤਸ਼ਾਹ ਜੀ, ਉਹਨਾਂ ਨੇ ਤੁਹਾਨੂੰ ਕਹਿ ਕਰਕੇ ਨਗਰੀ ਗੋਇੰਦਵਾਲ ਬਸਾਈ। ਗੋਇੰਦਵਾਲ ਸਾਹਿਬ ਦੀ ਨਗਰੀ ਵਸਾਈ ਸੀ ਗੋਂਦੇ ਖੱਤਰੀ ਦੇ ਨਾਲ। ਸਾਡੇ ਪਿਤਾ ਨੇ ਭੇਜਿਆ ਸੀ ਨਾ ਤੁਹਾਨੂੰ, ਤੇ ਸਾਡੇ ਪਿਤਾ ਨੇ ਆਖਿਆ ਸੀ ਵੀ ਆ ਸ਼ਹਿਰ ਵਸਾਓ ਗੋਇੰਦਵਾਲ ਜੋ ਹੈ। ਬੈਠਿਓ ਮਾਲਕ ਤਿਸ ਕੋ ਹੋਏ। ਜਦੋਂ ਸ਼ਹਿਰ ਤਾਂ ਸਾਡੇ ਪਿਤਾ ਨੇ ਵਸਾਇਆ, ਗੋਇੰਦਵਾਲ ਨਗਰ ਸਾਡੇ ਪਿਤਾ ਵਸਾਇਆ, ਤੇ ਇਹ ਅਮਰਦਾਸ ਜੀ ਤੁਸੀਂ ਹੁਣ ਇੱਥੇ ਮਾਲਕ ਬਣ ਕੇ ਬਹਿ ਗਏ ਹੋ। ਪਿਤਾ ਨੇ ਵਸਾਇਆ ਸਾਡੇ ਨੇ ਸ਼ਹਿਰ ਜਿਹੜਾ ਗੋਇੰਦਵਾਲ ਹੈ, ਗੋਂਦੇ ਖੱਤਰੀ ਨੂੰ ਜ਼ਮੀਨ ਸਾਡੇ ਪਿਤਾ ਨੂੰ ਦਿੱਤੀ ਗੋਂਦੇ ਖੱਤਰੀ ਨੇ, ਤੇ ਤੁਸੀਂ ਕਿਵੇਂ ਇੱਥੇ ਮਾਲਕ ਬਣ ਕੇ ਬੈਠ ਗਏ ਹੋ। ਹਮਕੋ ਨਹਿ ਜਾਣਿਓ ਕਿਤ ਕੋਏ। ਤੇ ਸਾਨੂੰ ਤੁਸੀਂ ਕੁਝ ਵੀ ਨਹੀਂ ਜਾਣਦੇ ਹੋ। ਸਤਿਗੁਰਾਂ ਦੇ ਸਾਹਿਬਜ਼ਾਦੇ ਸਾਨੂੰ ਗੁਰਤਾ ਮਿਲੀ ਹੋਈ ਹੈ, ਤੇ ਤੁਸੀਂ ਤਾਂ ਵੀ ਸਾਨੂੰ ਕੁਝ ਨਹੀਂ ਜਾਣਦੇ ਹੋ। ਅਬ ਸੇਵਾ ਕਛ ਨਹੀਂ ਹਮਾਰੀ। ਤੁਸੀਂ ਸੇਵਾ ਪੁੱਛਦੇ ਹੋ ਕੀ ਕਰੀਏ ਤੁਹਾਡੀ, ਸਾਡੀ ਹੋਰ ਕੋਈ ਹੁਣ ਸੇਵਾ ਨਹੀਂ ਹੈ। ਉਠ ਗਮਨ ਹਤੂਰਨਤਾ ਧਾਰੀ। ਸੇਵਾ ਇਹ ਹੈ ਵੀ ਹੁਣ ਇੱਥੋਂ ਚੁੱਪਚਾਪ ਤੇ ਜਲਦੀ ਦੇ ਨਾਲ ਉੱਠ ਕੇ ਚਲੇ ਜਾਵੋ। ਸੁਣ ਕਰ ਸਭਾ ਨਾ ਬੋਲ ਸਕਾ ਹੈ। ਤੇ ਸਭਾ ਵਿੱਚ ਸਾਧ ਸੰਗਤ ਜੀ ਹੁਣੇ ਗੁਰੂ ਅੰਗਦ ਪਾਤਸ਼ਾਹ ਦੇ ਸਾਹਿਬਜ਼ਾਦੇ ਸੀ, ਸੰਗਤ ਸਤਿਕਾਰ ਕਰਦੀ ਸੀ ਭਾਈ ਦਾਤੂ ਜੀ ਦਾ। ਸਭਾ ਦੇ ਵਿੱਚ ਕੋਈ ਵੀ ਸਿੱਖ ਉੱਠ ਕੇ ਨਾ ਬੋਲਿਆ। ਕਰ ਢੀਠ ਥਾ ਬਦਨ ਤਕਾ ਹੈ। ਜਿਹੜੀ ਢੀਠਤਾਈ ਇਹ ਬਾਬਾ ਦਾਤੂ ਜੀ ਕਰ ਰਹੇ, ਸਾਰੀ ਸੰਗਤ ਚੁੱਪਚਾਪ ਵੇਖ ਰਹੀ ਹੈ, ਜਿਵੇਂ ਬਦਸਲੂਕ ਗੁਰੂ ਅਮਰਦਾਸ ਜੀ ਮਹਾਰਾਜ ਨਾਲ ਕਰ ਰਹੇ ਹਨ। ਗੁਰੂ ਕੋ ਡਰ ਧਰ ਬੈਠ ਰਹੇ ਹੈ। ਬਾਕੀ ਇਹਨੇ ਵੀ ਵੇਖਿਆ ਵੀ ਜਦੋਂ ਗੁਰੂ ਅਮਰਦਾਸ ਮਹਾਰਾਜ ਨਹੀਂ ਬੋਲ ਰਹੇ ਤੇ ਸੰਗਤਾਂ ਕਹਿੰਦੀਆਂ ਫਿਰ ਅਸੀਂ ਕਾਹਨੂੰ ਬੋਲਣਾ, ਭਾਈ ਮਹਾਰਾਜ ਜਾਣਨ ਤੇ ਗੁਰੂ ਕੇ ਸਾਹਿਬਜ਼ਾਦੇ ਜਾਣਨ। ਤੋ ਇਸ ਕਰਕੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਉਂਕਿ ਸਾਧ ਸੰਗਤ ਜੀ ਆਪਣੀ ਗੱਲਬਾਤ ਮਹਾਰਾਜ ਜਾਣਨ ਤੇ ਗੁਰੂ ਕੇ ਸਾਹਿਬਜ਼ਾਦੇ, ਜਦੋਂ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਗਏ ਸੀ ਨਾ, ਪਹਿਲਾਂ ਘੋੜਿਆਂ ਤੇ ਰਥਾਂ ਤੇ ਚੜ੍ਹ ਕੇ, ਨਾਲ ਇੱਕ ਸੇਵਕ ਗਿਆ ਸੀ ਮਾਤਾ ਗੰਗਾ ਜੀ ਦੇ, ਤੇ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੂੰ ਚਾਹੇ ਕਿਹਾ ਸੀ ਵੀ ਇਹਨੇ ਆਖਿਆ ਸੀ ਜਾਓ ਮਹਾਰਾਜ ਜੀਆਂ ਨੇ। ਮਾਤਾ ਗੰਗਾ ਜੀ ਜਦੋਂ ਆਏ ਇੱਥੇ ਬੀੜ ਬਾਬਾ ਬੁੱਢਾ ਸਾਹਿਬ ਦੇ ਸਥਾਨ ਤੇ ਠੱਠੇ ਨਗਰ, ਤੇ ਘੋੜੇ ਤੇ ਰਥਾਂ ਨੂੰ ਵੇਖ ਕੇ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸੀ ਕਿ ਗੁਰੂ ਕਿਆਂ ਨੂੰ ਕਿੱਧਰ ਭਾਜਣਾ ਪਈਆਂ। ਹੁਣ
ਬ੍ਰਹਮ ਗਿਆਨੀ ਖਾਲਸਾ ਦੀ ਸੁਤੰਤਰ ਹੁੰਦਾ। ਉਹਨਾਂ ਨੇ ਵੇਖਿਆ ਵੀ ਗੁਰੂ ਕੇ ਮਹਿਲ ਹੈ, ਉਹਨਾਂ ਸੁਤੇ ਹੀ ਕਹਿ ਦਿੱਤਾ। ਉੱਥੇ ਇੱਕ ਸਿੱਖ ਸੀਗਾ, ਉਹ ਬੜੇ ਆਨੇ ਜੇ ਕੱਢੇ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਹਿਲ ਆ, ਮਾਤਾ ਗੰਗਾ ਜੀ ਉਹਨੂੰ ਇਹ ਬਾਬਾ ਬੁੱਢਾ ਸਾਹਿਬ ਜੀ ਐਂ ਬੋਲਦੇ ਸਿੱਖ ਹੋ ਕੇ। ਤੇ ਬਾਬਾ ਬੁੱਢਾ ਸਾਹਿਬ ਜੀ ਅੰਤਰਜਾਮੀ ਸੀ, ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਅਸੀਂ ਜਾਣੀਏ ਗੁਰੂ ਕੇ ਜਾਣੀਏ, ਤੂੰ ਵਿੱਚ ਕਿਉਂ ਸੂਰ ਵਾਂਗੂ ਨਾਸਾ ਨਹੀਂ ਅੜਦਾ। ਉਹਨੂੰ ਪਤਾ ਲੱਗਿਆ ਵੀ ਹੁਣ ਬਚਨ ਤਾਂ ਹੋ ਗਿਆ ਬਾਬਾ ਬੁੱਢਾ ਸਾਹਿਬ ਜੀ ਦਾ, ਤੇ ਪੂਰਾ ਵੀ ਹੋਏਗਾ। ਫਿਰ ਚਰਨੀ ਡਿੱਗਾ, ਕਹਿੰਦਾ ਸੂਰ ਤਾਂ ਬਣਾਤਾ, ਹੁਣ ਭਲਾ ਵੀ ਉਧਾਰ ਵੀ ਕਰੋ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕੋਈ ਨਹੀਂ, ਜਿਹੜਾ ਮਾਤਾ ਗੰਗਾ ਜੀ ਦੇ ਕੁੱਖੋਂ ਜਨਮੇਗਾ, ਅਵਤਾਰ ਧਾਰੇਗਾ, ਉਹੀ ਤੇਰਾ ਉਧਾਰ ਕਰੇਗਾ। ਉੱਥੇ ਸਾਧ ਸੰਗਤ ਦਮਦਮਾ ਸਾਹਿਬ ਦਾ ਸਥਾਨ ਗੁਰੂ ਕੀ ਵਡਾਲੀ ਤੋਂ ਬਿਲਕੁਲ ਬਾਰ-ਬਾਰ ਉਰਲੇ ਪਾਸੇ ਬਣਿਆ ਹੋਇਆ। ਉੱਥੇ ਮਹਾਰਾਜ ਜੀ ਨੇ ਸੂਰ ਦਾ ਫਿਰ ਉਧਾਰ ਕੀਤਾ ਸੀ, 6ਵੇਂ ਪਾਤਸ਼ਾਹ ਨੇ, ਜੰਗਲੀ ਸੂਰ ਦਾ। ਤੇ ਇਸ ਤਰ੍ਹਾਂ ਸੰਗਤਾਂ ਇਹ ਜਾਣਦੀਆਂ ਨੇ ਵੀ ਗੁਰੂ ਅਮਰਦਾਸ ਜੀ ਜਾਣਨ ਤੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦਾ ਪਰਿਵਾਰ ਜਾਣੇ ਭਾਈ ਅਸੀਂ ਕੌਣ ਆ। ਇਸ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਨਾ ਬੋਲਦਿਆਂ ਵੇਖ ਕੇ ਸਿੱਖ ਵੀ ਸਾਰੇ ਚੁੱਪਚਾਪ ਖੜੇ ਰਹੇ ਆ। ਭਲੇ ਬੁਰੇ ਕਿਸਹੂ ਨਾ ਕਹੇ ਹੈ, ਕਿਸੇ ਨੇ ਵੀ ਭਾਈ ਦਾਤੂ ਜੀ ਨੂੰ ਚੰਗਾ ਮਾੜਾ ਨਹੀਂ ਬੋਲਿਆ ਹੈ। ਬਿਸਮਤ ਪੇਖ ਗੁਰ ਗੌਰ ਬਤਾਈ, ਤੇ ਪਰ ਹੈਰਾਨ ਹੋ ਗਏ ਸਿੱਖ ਸਾਰੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਿਮਰਤਾ ਵੇਖ ਕੇ, ਤੇ ਵੇਖਿਆ ਵੀ ਮਹਾਰਾਜ ਜੀ ਏਡੇ ਗੰਭੀਰ ਚਿਤ ਹਨ। ਹਾਰੇ ਪੁਰਖਨ ਕੀ ਹਰਿਵਾਈ, ਤੇ ਮਹਾਰਾਜ ਸਿੱਖਾਂ ਨੇ ਵੀ ਵੇਖ ਲਿਆ ਵੀ ਹੌਲਿਆਂ ਦੀ ਹਰਕਤ ਕਿਹੋ ਜੀ ਹੁੰਦੀ ਹੈ। ਭਾਈ ਦਾਤੂ ਜੀ ਇਹਨਾਂ ਨੂੰ ਵੇਖ ਕੇ ਸਿੱਖ ਜਾਣ ਗਏ ਵੀ ਇਹ ਕਿੰਨੇ ਕੁ ਜਿਹੜੇ ਵਾ ਕਾਰਜ ਦੇ ਮਾਲਕ ਵਾ, ਕਿੰਨੇ ਹੋਣਗੇ, ਇਹਨਾਂ ਦੇ ਮਨ ਵਿੱਚ ਕੀ ਸਤਿਕਾਰ ਹੈ, ਕਿਹੋ ਜਿਹੇ ਸਿੱਖ ਹੋਣਗੇ ਜਿਹੜੇ ਮਹਾਰਾਜ ਨੂੰ ਲੱਤ ਮਾਰੀ ਵਾ ਤੇ ਉਲਟਾ ਕ੍ਰੋਧ ਕਰ ਰਹੇ ਆ। ਤੇ ਗੁਰੂ ਅਮਰਦਾਸ ਮਹਾਰਾਜ ਦੀ ਗੰਭੀਰਤਾ ਪ੍ਰਗਟ ਹੋ ਗਈ ਸਾਰਿਆਂ ਸਾਹਮਣੇ, ਤੇ ਦਾਤੂ ਜੀ ਦੀ ਜਿਹੜੀ ਵਾ ਹੌਲਾਪਣ ਜਿਹੜਾ ਹੁੰਦਾ ਹੈ, ਹਲਕਾਪਣ, ਉਹ ਸਾਰਿਆਂ ਸਾਹਮਣੇ ਪ੍ਰਗਟ ਹੋ ਗਿਆ ਹੈ। ਤਬਲਾ ਪਸ਼ਚਮ ਰਵ ਅਸਤਾਇਓ, ਤੋ ਉਸ ਤੋਂ ਬਾਅਦ ਕਵੀ ਜੀ ਕਹਿੰਦੇ ਫਿਰ ਸੂਰਜ ਜਿਹੜਾ ਛੁਪਣਾ ਸ਼ੁਰੂ ਹੋ ਗਿਆ, ਸੰਧਿਆ ਹੋਈ ਹੈ। ਸੰਧਿਆ ਭਈ ਤਿਮਰ ਗਨ ਛਾਇਓ, ਤੇ ਹਨੇਰਾ ਹੋ ਗਿਆ, ਰਾਤ ਪੈ ਗਈ ਜਦ। ਸਭ ਉੱਠ ਉੱਠ ਆਪਣੇ ਅਸਥਾਨਾ, ਸਾਰੇ ਸਿੱਖ ਆਪਣੇ ਜਿਵੇਂ ਸਰਾਵਾਂ ਜਿੱਥੇ ਵੀ ਘਰ ਸਨ, ਸਭ ਆਪੋ ਆਪਣੀ ਜਗ੍ਹਾ ਤੇ ਟਿਕ ਗਏ ਹਨ। ਮਤ ਬਿਸਮਤ ਹੋਏ ਕੀਨ ਪਿਆਨਾ, ਨਾਲੇ ਸਾਰੇ ਹੈਰਾਨ ਹੁੰਦੇ ਆ ਵੀ ਮਹਾਰਾਜ ਗੁਰੂ ਅਮਰਦਾਸ ਜੀ ਮਹਾਰਾਜ ਜੀ ਇੰਨੀ ਨਿਮਰਤਾ, ਇਤਨੀ ਭਾਰੀ ਵੀ ਲੱਤ ਮਾਰੀ ਤੇ ਵੀ ਮੱਥੇ ਵੱਟ ਨਾ ਪਾਇਆ, ਪੈਰ ਫੜਦੇ ਆ। ਸਾਰੀ ਸਿੱਖ ਸੰਗਤ ਗੱਲਾਂ ਕਰਦੇ ਆਪਸ ਵਿੱਚ ਤੇ ਨਾਲੇ ਹੈਰਾਨ ਹੁੰਦੇ ਆ। ਸ੍ਰੀ ਗੁਰੂ ਆਪਣੇ ਸੋਭਨ ਥਾਨ, ਤੇ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਸੱਚਖੰਡ ਭਾਵ ਜਿਹੜਾ ਸੁਖ ਆਸਨ ਸਥਾਨ ਸੀ, ਜਾਏ ਬਿਰਾਜੇ ਕਿਰਪਾ ਨਿਧਾਨ, ਕਿਰਪਾ ਦੇ ਖਜ਼ਾਨੇ ਮਹਾਰਾਜ ਜੀ ਸੱਚਖੰਡ ਸਥਾਨ ਤੇ ਸੁਖ ਸਥਾਨ ਤੇ ਜਾ ਬਿਰਾਜਮਾਨ ਹੋਏ ਆ। ਦਾਤੂ ਰਹਿਓ ਤਿਸੀ ਥਲ ਮਾਹੇ, ਦਾਤੂ ਜੀ ਉੱਥੇ ਹੀ ਰਹੇ ਜਿੱਥੇ ਲੱਤ ਮਾਰੀ ਸੀ ਨਾ, ਉਹ ਸਿੰਘਾਸਣ ਦੇ ਚਾਅ ਨੂੰ ਭਾਈ ਦਾਤੂ ਜੀ ਉੱਥੇ ਹੀ ਰਹਿ ਗਏ ਹਨ। ਕੁਛ ਸੇਵਕ ਜਿਹ ਸੰਗੀ ਆਹੇ, ਕੁਝ ਕੁ ਨਾਲ ਲੈ ਕੇ ਆਇਆ ਸੀ ਸੰਗੀ ਸੇਵਕ ਜਿਹੜੇ ਦੇ ਸੀਗੇ, ਕੋਈ ਕਾਰ ਭੇਟਾ ਖਾਣ ਵਾਲੇ, ਉਹ ਨਾਲ ਜਿਹੜੇ ਸੰਗੀ ਸਿੱਖ ਆਪਦੇ ਬਣਾਏ ਹੋਏ ਭਾਈ ਦਾਤੂ ਜੀ ਜਿਹੜੇ ਨਾਲ ਲੈ ਕੇ ਆਇਆ ਸੀ, ਉਹ ਵੀ ਉੱਥੇ ਹੀ ਠਹਿਰ ਗਏ ਹਨ ਗੋਇੰਦਵਾਲ ਸਾਹਿਬ। ਤੇ ਮਹਾਰਾਜ ਤਾਂ ਜਾ ਕੇ ਆਪਣੇ ਪਾਵਨ ਸਥਾਨ ਤੇ ਬਿਰਾਜਮਾਨ ਹੋ ਗਏ। ਇਹ ਪਾਵਨ ਪਵਿੱਤਰ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਜਸ, ਨਿਮਰਤਾ ਦਾ ਸਿਖਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਹਨ। ਤੋ ਅੱਗੇ ਜਿਵੇਂ ਖਾਲਸਾ ਜੀ ਪ੍ਰਸੰਗ ਆਵੇਗਾ, ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਬਾਸਰ ਕੇ ਨਗਰ ਆ ਕੇ ਫਿਰ ਮਹਾਰਾਜ ਕਲੇਸ਼ ਤੋਂ ਨਿਰਲੇਪ ਰਹਿਣ ਵਾਸਤੇ ਵੀ ਕੀ ਕਲੇਸ਼ ਗੋਇੰਦਵਾਲ ਤੇ ਕਾਰ ਭੇਟਾ ਮਾਇਆ, ਇਹਦੀ ਖਾਤਰ ਦਾਤੂ ਈਰਖਾ ਕਰਦਾ, ਲੈ ਦਾਤੂ ਤੈਨੂੰ ਸਾਰਾ ਕੁਝ ਹੀ ਦਿੱਤਾ। ਤੇ ਗੁਰੂ ਅਮਰਦਾਸ ਜੀ ਮਹਾਰਾਜ ਆਪ ਇੱਥੇ ਬਾਸਰ ਕੇ ਨਗਰ ਆ ਗਏ ਸੀ। ਆਪ ਘਰ ਮਹਾਰਾਜ ਦਾ ਨਾ ਇਹ ਬਾਹਰ ਸਥਾਨ ਥੋੜਾ ਨਗਰ ਤੋਂ, ਉਦੋਂ ਇੱਧਰ ਵਸੋਂ ਨਹੀਂ ਸੀ ਹੈ ਪਹਿਲਾਂ। ਗੁਰੂ ਅਮਰਦਾਸ ਜੀ ਮਹਾਰਾਜ ਉਸ ਸਥਾਨ ਤੇ ਸਰਕਾਰੀ ਕਹਿੰਦੇ ਥਾਂ ਸੀ, ਜਿਵੇਂ ਉਹ ਰਾਜਿਆਂ ਦਾ ਕੋਈ ਹੁੰਦਾ, ਮੱਠ ਵਿੱਚ ਜਾ ਵੜੇ ਸਨ। ਉੱਥੇ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਜਿਵੇਂ ਉਹ ਪ੍ਰਗਟ ਹੋਏ ਸਨ ਸਾਹਿਬ ਨੂੰ, ਪਾਵਨ ਸਥਾਨ ਨੂੰ ਜਿਵੇਂ ਵਰਦਾਨ ਮਿਲੇ ਸਨ, ਉਹ ਸਾਰਾ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਆਵੇਗਾ। ਸਮਾਂ ਹੋ ਗਿਆ, ਇੱਥੇ ਸਮਾਪਤੀ ਹੈ। ਮਹਾਰਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੀ ਪ੍ਰਵਾਨ ਕਰਨ। ਹੋਈਆਂ ਭੁੱਲਾਂ ਦੀ ਖਿਮਾ ਬੁੱਧੀ ਤੋਛ ਹੈ, ਗੁਰੂ ਗਰੀਬ ਨਵਾਜ ਸੰਗਤ ਬਖਸ਼ ਲਵੇ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਆਪ ਜੀ ਕਿਰੇ ਦੇ ਵਿੱਚ ਵਸੇ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਸ੍ਰੀ ਗੁਰੂ ਆਪਣੇ ਸੋਭਨ ਥਾਨ, ਜਾਏ ਬਿਰਾਜੇ ਕਿਰਪਾ ਨਿਧਾਨ, ਦਾਤੂ ਰਹਿਓ ਤਿਸੀ ਥਲ ਮਾਹੇ, ਕੁਛ ਸੇਵਕ ਜਿਹ ਸੰਗੀ ਆਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸੀ, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ, ਹੈ ਸੰਗੀ ਹੈ ਨਿਰੰਗ
ਨਿਰੰਕਾਰ ਹੈ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਿਬੇਕ ਹੇ ਅਪਰੰਪਰ ਹਰ ਹਰੇ ਹੈ ਪੀਹੋ ਬਨਹਾਰ ਹੇ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖਾਹੀਐ ਆਖਿਐ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਣ ਹਸ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।